ਤੇ ਉਸ ਦੀ ਉਸਤਤ ਉਦੋਂ ਕੀਤੀ ਜਾ ਸਕਦੀ ਹੈ ਜੇ ਸੁਣਨ ਵਾਲੇ ਵੀ ਸਹਿਜ ਵਿੱਚ ਹੋਣ, ਜਾਗਰਤ ਅਵਸਥਾ ਵਿੱਚ ਹੋਣ, ਸੁਣਨ ਦੀ ਅਵਸਥਾ ਵਿੱਚ ਹੋਣ, ਆਲੇ ਦੁਆਲੇ ਦੇ ਧਿਆਨ ਤੋਂ ਮਨ ਨੂੰ ਇਕਾਗਰ ਕਰਕੇ ਇੱਕ ਚਿੱਤ ਹੋ ਕੇ ਬੈਠਣ। ਤੇ ਫਿਰ ਵੀ ਨਿਰੰਕਾਰ ਪਰਮਾਤਮਾ ਉੱਥੇ ਹਾਜ਼ਰ ਹੋ ਕੇ ਆਪ ਦੀ ਕਲਾ, ਆਪ ਦਾ ਉਪਦੇਸ਼ ਵਰਤਾਉਂਦਾ ਹੈ। ਗੁਰੂ ਜੀ ਬਾਣੀ ਦਾ ਹੁਕਮ ਵੀ ਹੈ, ਪ੍ਰਭੂ ਕੀ ਉਸਤਤ ਕਰੋ ਸੰਤ ਮੇਤ, ਸਾਵਧਾਨ ਇਕਾਗਰ ਜੀ। ਸੋ ਇਸ ਕਰਕੇ ਉਸ ਨਿਰਾਕਾਰ ਪਰਮਾਤਮਾ ਦੀ ਵਡਿਆਈ ਨੂੰ ਚੌਂ ਯੋਗਾਂ ਤੋਂ ਜਿਹੜੀ ਗੁਰਮੁਖਾਂ ਦੇ ਰਾਹੀਂ ਸੰਸਾਰ ਦੇ ਵਿੱਚ ਪ੍ਰਗਟ ਹੁੰਦੀ ਰਹੀ। ਕਦੀ ਉਹ ਵੇਦਾਂ ਦੇ ਰੂਪ ਵਿੱਚ ਉਸਨੂੰ ਉਸਤਤ ਨੂੰ ਕੀਤਾ ਗਿਆ, ਕਦੀ ਸ਼ਾਸਤਰ, ਕਦੀ ਸਿਮਰਨ, ਕਦੀ ਪੁਰਾਣ, ਸਮੇਂ ਸਿਰ ਯੋਗਾਂ ਦੇ ਯੁੱਗ ਬਦਲਦੇ ਗਏ। ਉਸ ਨਿਰਾਕਾਰ ਦਾ ਸਰੂਪ, ਉਸ ਦੀ ਵਡਿਆਈ ਦਾ ਵਿਖਿਆਨ ਕੀਤਾ ਜਾਂਦਾ ਰਿਹਾ। ਕਲਯੁਗ ਦਾ ਵੇਦ ਚੌਂ ਯੋਗਾਂ ਦਾ ਜੋ ਸਾਰ ਹੈ, ਉਹ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਹੈ। ਜਿਹੜਾ ਵੀ ਤੁਸੀਂ ਗਿਆਨ ਸਤਿਯੁਗ ਦਾ, ਤ੍ਰੇਤਾ ਦਾ, ਦੁਆਪਰ ਦਾ ਲੈਣਾ ਚਾਹੁੰਦੇ ਹੋ, ਉਹ ਵੀ ਇਤਿਹਾਸ ਦੇ ਰੂਪ ਵਿੱਚ ਇਸ਼ਾਰੇ ਮਾਤਰ ਤੇ ਉਸ ਦਾ ਜੋ ਵਿਸਥਾਰ ਹੈ, ਉਸ ਨੂੰ ਆਪਾਂ ਗੁਰੂ ਦੀ ਬਾਣੀ ਦੁਆਰਾ ਉਸ ਵਿੱਚੋਂ ਲੈ ਸਕਦੇ ਹਾਂ। ਕਲਯੁਗ ਦੇ ਵਿੱਚ ਉਹਨਾਂ ਨੇ ਸਾਰਾ ਖਜ਼ਾਨਾ ਹੀ ਨਾਮ ਦਾ ਰੱਖ ਕੇ ਹੁਕਮ ਕਰ ਦਿੱਤਾ। ਇਸ ਕਲਯੁਗ ਦੇ ਵਿੱਚ ਨਾਮ ਨੂੰ ਵਡਿਆਈ ਹੈ। ਪਹਿਲੇ ਯੁੱਗਾਂ ਦੇ ਵਿੱਚ ਪੁੰਨ ਪਾਪ ਦੀ ਵਿਚਾਰ ਹੁੰਦੀ ਰਹੀ, ਸਿਮਰਤੀਆਂ ਦੀ, ਸ਼ਾਸਤਰਾਂ ਦੀ, ਵੇਦਾਂ ਦੀ ਖੋਜ ਚੱਲਦੀ ਰਹੀ, ਪਰ ਪਰਮਾਤਮਾ ਦੀ ਜੋ ਨਿਰੋਲ ਵਡਿਆਈ ਹੈ, ਉਹ ਕਲਯੁਗ ਦੇ ਵਿੱਚ ਪ੍ਰਗਟ ਹੋ ਰਹੀ ਹੈ। ਬਹੁਤ ਸ਼ਾਸਤਰ, ਬਹੁਤ ਸਿਮਰਤੀ, ਵੇਖੇ ਸਭ ਢੰਡੋਲ, ਪੂਜਸ ਨਾਹੀ ਹਰਿ ਹਰੇ, ਨਾਨਕ ਨਾਮ ਅਮੋਲ। ਨਾਮ ਨੂੰ ਕਲਯੁਗ ਵਿੱਚ ਵਡਿਆਈ ਹੈ, ਬਖਸ਼ਿਸ਼ ਕੀਤੀ ਗਈ। ਨਾਮ ਪੂਜੇ ਕਾਟੇ ਦੁਰਮਤ ਬਾਹਰ ਹੈ ਕਿ ਗੁਰਮੁਖਾਂ ਨੇ ਨਾਮ ਨੂੰ ਬੁੱਝਣਾ ਹੈ, ਨਾਮ ਨੂੰ ਖੋਜਣਾ ਹੈ। ਤੇ ਨਾਮ ਦੀ ਵਿਚਾਰ ਸਭ ਤੋਂ ਸ੍ਰੇਸ਼ਟ ਹੈ। ਸਤ ਸੰਗਤ ਕੈਸੀ ਜਾਣੀਏ, ਜਿੱਥੇ ਏਕੋ ਨਾਮ ਵਖਾਣੀਏ, ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਬੁਝਾਈ ਜੀਓ। ਜਦੋਂ ਅਸੀਂ ਨਾਮ ਦੀ ਵਿਚਾਰ ਕਰਨੀ ਹੈ, ਨਾਮ ਦੇ ਉੱਪਰ ਚਰਚਾ ਕਰਨੀ ਹੈ, ਉਸ ਵਕਤ ਸਾਡੇ ਅੰਦਰ ਦੇ ਫੁਰਨੇ ਹੁੰਦੇ ਨੇ। ਕਈ ਦਫਾ ਸੰਸਾਰ ਫੁਰਨਿਆਂ ਦਾ ਹੈ, ਵਿਚਾਰਾਂ ਦਾ ਹੈ। ਵਿਚਾਰਾਂ ਦੇ ਸੰਸਾਰ ਵਿੱਚੋਂ ਮਨ ਨੂੰ ਆਜ਼ਾਦ ਕਰਾਉਣ ਵਾਸਤੇ ਸਾਨੂੰ ਥੋੜਾ ਜਿਹਾ ਗੁਰਮਤਿ ਵਿੱਚ ਰਸਤਾ ਹੈ, ਇੱਕ ਤਰੀਕਾ ਹੈ। ਜਿਸ ਤਰ੍ਹਾਂ ਤੁਸੀਂ ਪਹਿਲਾਂ ਕੀਰਤਨ ਸੁਣਿਆ, ਇਹ ਵੀ ਪਰਮਾਤਮਾ ਦੇ ਰਸਤੇ ਦੇ ਵਿੱਚ ਸਾਡੀ ਸਹਾਇਤਾ ਕਰਦਾ ਹੈ, ਕਿਉਂਕਿ ਸੰਸਾਰ ਵਿੱਚ ਵਿਚਰਦਿਆਂ ਹੋਇਆ ਸਾਡੇ ਅੰਦਰ ਕਈ ਕਿਸਮ ਦੀਆਂ ਵਿਚਾਰਾਂ ਦੀਆਂ ਲਹਿਰਾਂ ਚੱਲਦੀਆਂ ਨੇ। ਉਹਨਾਂ ਲਹਿਰਾਂ ਦੇ ਵਿੱਚੋਂ ਸਾਡੇ ਮਨ ਨੂੰ ਸਹਿਜ ਦੇ ਵਿੱਚ ਲਿਆਉਣ ਵਾਸਤੇ, ਟਿਕਾਊ ਦੇ ਵਿੱਚ ਲਿਆਉਣ ਵਾਸਤੇ ਅੰਮ੍ਰਿਤਮਈ ਕੀਰਤਨ ਦੀ ਪ੍ਰਥਾ, ਅੰਮ੍ਰਿਤਮਈ ਕੀਰਤਨ ਦਾ ਵਿਖਿਆਨ ਕੀਤਾ ਜਾਂਦਾ ਹੈ। ਕਲਯੁਗ ਮਹਿ ਕੀਰਤਨ ਪ੍ਰਦਾਨਾ, ਗੁਰਮੁਖ ਜਪੀਐ ਲਾਇ ਧਿਆਨਾ। ਹੁਣ ਕੀਰਤਨ ਆਪ ਜੀ ਨੇ ਸੁਣਿਆ ਹੈ, ਕੀਰਤਨ ਤੋਂ ਅੱਗੇ ਹੈ ਵਿਚਾਰ। ਸਭ ਸੇ ਉੱਪਰ ਤੇ ਗੁਰੂ ਦੀ ਬਾਣੀ ਸਾਰਿਆਂ ਨੂੰ ਉਪਦੇਸ਼ ਦੇ ਰਹੀ ਹੈ। ਆਪ ਪਰਮਾਤਮਾ ਅਡੋਲ ਹੈ, ਸਾਂਭੇ ਮਨ ਨੂੰ ਵੀ ਉਹ ਅਡੋਲਤਾ, ਉਹ ਨਿਰਭੈਤਾ, ਉਹ ਇਕਾਗਰਤਾ ਬਖਸ਼ਿਸ਼ ਕਰਦੀ ਹੈ। ਜਿਸ ਕਰਕੇ ਜਿਹੜਾ ਵੀ ਗੁਰਮੁਖ ਬਾਣੀ ਦੇ ਨਾਲ ਜੁੜਦਾ ਹੈ, ਬਾਣੀ ਦੀ ਵਿਚਾਰ ਕਰਦਾ ਹੈ, ਉਹ ਵੀ ਨਿਰਵਾਣ ਪਦ ਨੂੰ, ਸਹਿਜ ਅਵਸਥਾ ਨੂੰ, ਚੌਥੇ ਪਦ ਨੂੰ ਪ੍ਰਾਪਤ ਕਰਦਾ ਹੈ। ਬਾਣੀ ਪ੍ਰਭ ਕੀ ਸਭ ਕੋ ਬੋਲੇ, ਆਪ ਅਡੋਲ ਨ ਕਬਹੁ ਡੋਲੇ। ਸੋ ਉਸ ਅਵਸਥਾ ਦੇ ਵਿੱਚ ਗੁਰੂ ਦੀ ਬਾਣੀ ਵਿਚਾਰ ਦੁਆਰਾ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਜਿਸ ਪਰਮਾਤਮਾ ਤੋਂ ਆਪਾਂ ਵਿਛੜ ਚੁੱਕੇ ਹਾਂ, ਸਭ ਤੋਂ ਪਹਿਲਾਂ ਸਾਨੂੰ ਉਸ ਪਰਮਾਤਮਾ ਦੀ ਹੀ ਜਾਣਕਾਰੀ ਗੁਰੂ ਘਰ ਦੇ ਵਿੱਚ ਦਿੱਤੀ ਗਈ। ਸ਼ੁਰੂਆਤ ਹੀ ਕੀਤੀ ਗਈ
ਇੱਕ ਓਮਕਾਰ ਤੋਂ, ਜਿਸ ਨੂੰ ਤੁਸੀਂ ਵੱਖਰਾ ਵੱਖਰਾ ਸਮਝਦੇ ਹੋ। ਆਪਣੀ ਆਪਣੀ ਭਾਸ਼ਾ ਦੇ ਵਿੱਚ ਤੁਸੀਂ ਉਸ ਦੇ ਸਥਾਨ ਬਣਾ ਕੇ ਉਸ ਦੇ ਨਾਂ ਰੱਖੇ ਹੋਏ ਨੇ। को भूतान को पूजित है, बस को मृतान को पूजन तायो। को लख्यो हर अवाची दिशा में है, को पिछा को शीश खिवायो। कोई किसी तरीके नाल, कोई किसी तरीके नाल परमात्मा नूं मनदा है। गुरु नानक देव जी दसदे ने परमात्मा एक है। चतुर दिशा कीनो बल अपना, सिर ऊपर करता लियो। और ना कोई पूर्व, ना कोई पश्चिम, ना कोई दखन, ना कोई उत्तर, वो किसी एक दिशा विच नहीं, वो प्रतख हर चतुर दिशा विच उसका प्रताप, उसका बल वो फैलिया होया है। मन उस सच नूं, उस निरंकार नूं भुल के उस माया तो, उस माया के गेड़ विच खेड के इन्ना भरम विच चला गया। हुण इसने परमात्मा नूं भी आपकी मर्जी दे नाल व्याख्यान करना शुरू कर दिता। कोई बोले राम राम, कोई खुदाए, कोई सेवे गोसैया, कोई अल्लाह है। नाम भी रख लिया, उसका स्थान भी बना लिया, पर जिन्हें नाम, जिन्हें स्थान, उन्हां विचों भी मन नूं वो स्थान ना लभ सकिया, वो नाम ना लभ सकिया जिस नाम द्वारा असी उस परमात्मा तक पहुंच सकते सी। असंख नाम, असंख धाम, अगम अगम असंख लोग। असंख ही निरंकार दे नाम ने। असंख नाम कथे तेरी जेबा, सत नाम तेरा परा भूगला। हुण असीं उस दे जीवां द्वारा लिखती रूप विच नाम जप रहे हैं, लिखती रूप विच वडियाई कर रहे हैं, दृष्टमान रूप विच अस्थानां ते जाते हैं, सेवा भावना करते हैं, भक्ति करते हैं। पर फिर भी बहुत सारे जीव ऐसे ने जिन्हां नूं उस परमात्मा के स्वरूप का भेद नहीं आया। वो हर थां हाजिर होने के बावजूद नजर नहीं आया। बिन नामे नाहीं को थाओ, हर थां उसका नाम हाजिर नाजिर है, पर उसके नाम का भेद नहीं आया। नाम के ऊपर कई जीव भरम में चले गए। कोई नाम किसी को कहने लगा, कोई नाम किसी को कहने लगा, कोई परमात्मा को किस दिशा में कहने लगा, कोई किसी दिशा में कहने लगा। इस तरह बहुत सारे जीव इस चीज को भूल गए कि परमात्मा जे मिलेगा तो किस रूप में मिलेगा। हुण इस तरह गुरु साहिबान ने एक गुरबाणी में साडा भरम का पर्दा पासे किया है। उन्होंने दसिया है कि जदों भी परमात्मा ने सृष्टि का खेड खेडिया, उदों तो ही उसका जो आपका स्वरूप है वो गुप्त है। एक माया सूखम विचों अस्थूल प्रगट हुई है। आपे सूखम, आपे अस्थूला। जिस तरह समुद्र विचों लहर पैदा होती है, समुद्र विच समा जाती है, इस तरह तुसी परमात्मा विचों पैदा हुए हो। समा आएगा तुसी समा जाओगे। एक है, अनेक है, अनेक है, फिर एक है। एक मूर्त, अनेक दर्शन, कीन रूप अनेक, खेल खेल अखेल खेलन, अंत हो फिर एक। वो थोड़े तो वखरा नहीं है, तुसी उस विच हो, वो थोड़े विच है। तुसी उस तो बिना जिस तरह समुद्र विच रहने वाली मच्छी समुद्र दे विचों बाहर आएगी तो मर जाएगी, उस तो बिना जिंदा नहीं रह सकेगी। इस तरह तुसी उसनूं लभण किते जा रहे हो, अंदर की खोज नहीं कर रहे। सब घट मेरे हो सबना अंदर, वो सारियां दे विच है। सबे घट राम बोले, राम बोले, राम बिना को बोले। एकल माटी कुंचर चीटी। जे कीड़ी नूं देखते हो, कीड़ी दे विच भी वही भगवान है। जे तुसी हाथी नूं देखते हो, उसे विच उसे ही आत्मा, वही जोत काम कर रही है। पर तुसी अज्ञानता विच जदों नफरत विच आ जाते हो, तां कलयुग दे विच आके तुहाडे धड़े बन जाते हैं।
कोई हिंदू, कोई मुसलमान, कोई ईसाई, कोई वखरा, कोई इस तरह से जदों धड़ियां विच वंडे जाते हैं, फिर साडा परमात्मा की जो परिभाषा है वो भी बदल जाती है। परमात्मा नूं आचारण करन दा जो तरीका है, मंत्र है, वो भी बदल जाता है। ते असीं सारे ही आपस विच दुविधा विच आके, धड़ियां दे विच आके नफरत विच चले जाते हैं। ते यही विचार, यही फुरने, यही विचारां दा टकराव सानू हौली हौली उस परमात्मा का भेत नहीं आउण दिंदा है। अंग संगे सदा ही नाल है, पर असीं उस नूं दूर जाणिया क्योंकि साडे अंदर दुविधा पैदा हो गई, साडे अंदर क्रोध आ गया, साडे अंदर हौमे आ गई। असीं उस परमात्मा नूं लभण तुरे पर भरम विच चले गए। जिस करके महाराज सच्चे पातशाह ने साडे मनां दा इह भरम दूर कीता, सानू दस्सिया भी जिस सच दी, जिस मालक दी तुसीं खोज करते हो, जिसनूं तुसीं अड्ड समझते हो, उसनूं वखरा ना समझो। जिस तरह मच्छी है पानी विच रह रही है, तुसीं उसनूं वख करोगे, वो छड़ जाएगी शरीर। इस तरह तुहानूं परमात्मा इस तो सामने तो ही श्वास दे के जिंदा रख रहा है। आपे करता कर कर वेखे देता सास रहा है। तुसीं उस परमात्मा के खेल नूं समझो। ते की खेल सानू समझा रहे ने? सरगुण, निर्गुण, निरंकार, सुन समाधि आप, आपन किया नाम का आपे ही कर जा। परमात्मा ने जदों पैदा किया है संसार नूं, माया नूं, उस वक्त दो रूप पैदा हुए ने, एक सरगुण, दूसरा निर्गुण। गुरबाणी विच इन्हां दे विचार आपां जदों करांगे, सरगुण है साडा शरीर 84 लाख जोन, जिस दे विच पंजां तत्तां द्वारा जो ये अंडज, जेरज, सेतज, उत्पुज, ये चार खानियां आउंदियां ने। ये चारे खानियां परमात्मा का सरगुण स्वरूप है। ते जिथों इन्हां चार खानियां नूं श्वास आ रहा है, क्योंकि श्वास तो बिना इत्थे कोई भी नहीं, सारे आपां साह ले रहे हैं। भावें तुसीं जागदे हो, भावें तुसीं सौ जाते हो, श्वास आ रहा है। हम आदमी हाँ एकदम ही मोहलत मौत न जाना, नानक बिन वे तिसे सरेवो जाके जी प्राणा। हुण श्वास आ रहा है, जिथों श्वास आ रहा है इसनूं भी बुझोगे, ये सुन है। थोड़ा जिहा सुनन दी अवस्था विच नाल नाल तुसीं विचार भी चलिओ कि तुहानूं सारिआं नूं आपां नूं श्वास कित्थों आउंदा है। श्वास आपां नूं सामणे तो आउंदा है, ते श्वास तुसीं आप देखो कि खुद नहीं ले रहे, सानूं दिता जा रहा है। ये देण वाला इत्थे समाया होया है, वो गुप्त है। श्वासां दी डोर उसने आपके हाथ में फड़ी हुई है। जदों वो इत्थों सानूं श्वास देता है, श्वास साडे अंदर जाता है, बाद विच बाहर आ जाता है। इस तरह इत्थों अंदर जाना, श्वासां दा बाहर आउणा एक क्रिया सहज सुभाई चलदी पई है। ते इह श्वास कौन दे रहा है सानूं? परमात्मा। उस दे श्वास तो बिना ये शरीर मिट्टी है। हम आदमी हाँ एक दमी, इस दम करके ही सानू आदमी कहते हैं। दम आ रहा है आदमी, पहलों आदम कहते सन, आदम जात, हुण आदमी कहना शुरू कर दिता। विश्वास आउंदा है आदमी है, नहीं आउंदा मिट्टी है। फिर मिट्टी मिट्टी विच मिल जाएगी, श्वास इत्थे खत्म हो जाएगा। मन नूं अंदरों कढणगे, जे तां गुरमुख है ते मन नाम विच समा जाएगा, जे मनमुख है मन नूं जम पकड़ लैणगे, आपदे रस्ते ते तुर लैणगे। ਇਹ गुरु घर ने गुरबाणी विच सानूं दस्सिया कि जिस परमात्मा नूं तुसीं भुल चुके हो, उसकी पछाण करा लेने कि उसके दो स्वरूप ने, सरगुण आप, निर्गुण भी होही। कला धार जिन सगली मोही। निर्गुण है ये सुन, जिथों आपां श्वास आ रहे ने, ये अपने चार चुफेरे जो एक खाली है एरिया, इसनूं सुन कहते हैं।
ਆਮ ਭਾਸ਼ਾ ਵਿੱਚ ਪਹਿਲੋਂ ਕਿਹਾ ਜਾਂਦਾ ਸੀ ਵੀ ਸੁੰਨ ਹੀ ਸੁੰਨ ਹੈ, ਉੱਥੇ ਕੋਈ ਆਕਾਰ ਨਹੀਂ ਹੈ, ਕੋਈ ਆਵਾਜ਼ ਨਹੀਂ ਹੈ। ਇੱਥੇ ਕਿਸੇ ਕਿਸਮ ਦਾ ਆਕਾਰ ਨਹੀਂ ਹੈ, ਇਸ ਨੂੰ ਸੁੰਨ ਕਹਿੰਦੇ ਨੇ, ਆਪਾਂ ਨੂੰ ਆਕਾਰ ਕਹਿੰਦੇ ਨੇ, ਸਰਗੁਣ ਕਹਿੰਦੇ ਨੇ। ਇਹ ਸਰਗੁਣ ਅਤੇ ਨਿਰਗੁਣ ਦੇ ਵਿੱਚ ਪਰਮਾਤਮਾ ਦੀ ਜੋਤ ਕੰਮ ਕਰਦੀ ਹੈ। ਸਰਗੁਣ ਦੇ ਵਿੱਚ ਵੀ ਇਹ ਰੰਗਾਂ ਦੇ ਵਿੱਚ ਆਇਆ ਹੋਇਆ ਹੈ, ਜੋ ਆਪਣੇ ਸਰੀਰ ਨੇ ਏਕਲ ਮਾਟੀ ਕੁੰਚਲ ਚਿੰਟੇਰੀ ਆਜਮ ਹੈ ਬਹੁ ਨਾਨਾ ਰੇ, ਸਾਰਿਆਂ ਦੇ ਅੰਦਰ ਹੈ। ਅਸਥਾਵਰ ਜੰਗਮ ਕੀਟ ਪਤੰਗਮ ਸਭੇ ਘਟ ਰਾਮ ਸਮਾਨਾ ਨੇ, ਸਾਰਿਆਂ ਦੇ ਵਿੱਚ ਹੈ। 1,84 ਜੋਨ ਜਿੰਨੀ ਵੀ ਪਰਮਾਤਮਾ ਵੱਲੋਂ ਬਣਾਈ, ਇਹ ਉਸੇ ਦਾ ਰੂਪ ਹੈ। ਹੁਣ ਅਸੀਂ ਚੱਲੇ ਪਰਮਾਤਮਾ ਨੂੰ ਮਿਲਣ। ਬੰਦੇ ਦਾ ਮਕਸਦ ਹੈ, ਤੁਹਾਡਾ ਆਪਣਾ ਸਾਰਿਆਂ ਦਾ ਮਕਸਦ ਹੈ। ਮਾਨਸ ਦੀ ਜਿਹੜੀ ਆਉਣ ਦਾ ਮਨੋਰਥ ਹੈ, ਗੋਬਿੰਦ ਮਿਲਣ ਕੀ, ਇਹ ਤੇਰੀ ਵਾਰੀ ਹੈ। ਹੁਣ ਪਰਮਾਤਮਾ ਨੂੰ ਅਸੀਂ ਮਿਲਣ ਚੱਲੇ। ਸਵੇਰੇ ਸਵੇਰੇ ਉੱਠੇ, ਗੁਰੂ ਘਰ ਆਉਣ ਲੱਗੇ ਜਾਂ ਮੰਦਿਰ ਜਾਣ ਲੱਗੇ, ਮਸੀਤ ਜਾਣ ਲੱਗੇ, ਸਾਡੇ ਕਿਸੇ ਨਾਲ ਵਿਚਾਰ ਟਕਰਾਏ ਹੋਏ ਸਨ। ਉਹ ਸਾਡੇ ਸਾਹਮਣੇ ਆ ਗਿਆ। ਸਾਡਾ ਉਸ ਨੂੰ ਦੇਖ ਕੇ ਅੰਦਰ ਦੁੱਧ ਆ ਗਈ, ਕ੍ਰੋਧ ਆ ਗਿਆ। ਹੁਣ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਵਿਚਾਰਿਆ ਨਹੀਂ। ਮਨ ਹੈ ਕ੍ਰੋਧ, ਮਹਾ ਹੰਕਾਰ ਹੈ ਤਾਂ ਕ੍ਰੋਧ ਆਇਆ ਹੈ। ਖੇਲ ਕਾਲ ਦੇ ਇਸ ਦੇਸ਼ ਵਿੱਚ ਨਹੀਂ ਸਮਝਿਆ ਕਿ ਜਿਸ ਦੇ ਨਾਲ ਵਿਚਾਰ ਟਕਰਾਏ ਨੇ, ਜੇ ਉਹ ਗਿਆ ਵੀ ਗਿਆ, ਉਹ ਕੁਝ ਬੋਲਿਆ ਤਾਂ ਨਹੀਂ ਹੈ, ਉਹ ਆਪਦਾ ਚਲਾ ਗਿਆ। ਪਰ ਉਸ ਨੂੰ ਦੇਖ ਕੇ ਸਾਡੀ ਦ੍ਰਿਸ਼ਟੀ ਬਦਲ ਗਈ, ਸਾਡੀ ਸੋਚ ਬਦਲ ਗਈ, ਸਾਡੇ ਵਿਚਾਰ ਬਦਲ ਗਏ। ਫਿਰ ਅਸੀਂ ਗੁਰੂ ਘਰ ਨੂੰ ਚੱਲ ਪਏ ਕਿ ਹੁਣ ਅਸੀਂ ਗੁਰਦੁਆਰੇ ਜਾ ਕੇ ਮੱਥਾ ਟੇਕ ਕੇ ਆਈਏ। ਹੁਣ ਮਹਾਰਾਜ ਕਹਿੰਦੇ ਨੇ ਵੀ ਇੱਕ ਤਾਂ ਮੈਂ ਤੈਨੂੰ ਸਾਹਮਣੇ ਆ ਕੇ ਦਰਸ਼ਨ ਦਿੱਤੇ ਨੇ ਸਰਗੁਣ ਰੂਪ ਵਿੱਚ। ਇਹ ਵਿਸ਼ਵ ਸੰਸਾਰ ਤੁਮ ਦੇਖਦੇ, ਇਹ ਹਰ ਕਾ ਰੂਪ ਹੈ। ਹਰ ਰੂਪ ਨਗਰੀ ਆਇਆ ਤੇ ਤੂੰ ਮੇਰੇ ਸਰਗੁਣ ਨੂੰ ਦੇਖ ਕੇ ਭੁੱਖ ਫਿਰ ਲਿਆ, ਕ੍ਰੋਧ ਵਿੱਚ ਆ ਗਿਆ। ਕਿਸ ਪਰਮਾਤਮਾ ਨੂੰ ਮਿਲਣ ਚੱਲ ਰਿਹਾ ਹੈ, ਕਿਸ ਦੀ ਖੋਜ ਕਰ ਰਿਹਾ ਹੈ? ਮੈਂ ਤਾਂ ਤੈਨੂੰ ਦੇਖਣ ਆਇਆ ਸੀ, ਮੈਂ ਤਾਂ ਤੈਨੂੰ ਫਤਿਹ ਬੁਲਾਈ ਸੀ, ਮੈਂ ਤਾਂ ਤੇਰੇ ਵੱਲ ਦੇਖਿਆ ਸੀ, ਪਰ ਤੇਰਾ ਧਿਆਨ, ਤੇਰੀ ਦ੍ਰਿਸ਼ਟੀ, ਤੇਰੇ ਵਿਚਾਰ ਬਦਲ ਗਏ। ਜਿਸ ਕਰਕੇ ਸਾਨੂੰ ਸਮਝਾਉਂਦੇ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਸਾਚ ਕਿ ਜੇ ਤੁਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹੋ, ਆਪਸ ਵਿੱਚ ਵੈਰ ਵਿਰੋਧ ਨੂੰ ਛੱਡ ਕੇ ਇੱਕ ਦੂਸਰੇ ਦਾ ਸਤਿਕਾਰ ਕਰੋ। ਈਰਖਾ ਨਫ਼ਰਤ ਛੱਡ ਕੇ, ਵਿਚਾਰਾਂ ਦਾ ਟਕਰਾਅ ਛੱਡ ਕੇ, ਆਪ ਦੀ ਹਉਮੈ ਦਾ ਛੱਡ ਕੇ ਇੱਕ ਦੂਸਰੇ ਦੇ ਵਰਤਾਏ ਨਿਮਰਤਾ ਭਾਵ ਰੱਖੋ, ਮਿਠਾਸ ਰੱਖੋ। ਇਸ ਕਰਕੇ ਉਹਨਾਂ ਨੇ ਐਸੇ ਗੁਣ ਸਾਡੇ ਇਸ ਮਨ ਵਿੱਚ ਪ੍ਰਗਟ ਕੀਤੇ, ਜਿਨ੍ਹਾਂ ਨੂੰ ਦਇਆ, ਧਰਮ, ਇਹ ਸਾਰਾ ਫਿਰ ਉਹਨਾਂ ਨੇ ਇਸ ਅਨੰਦਪੁਰ ਦੀ ਧਰਤੀ ਤੋਂ ਉਹ ਰਾਜ ਯੋਗ ਜੋ ਤਰੀਕਾ ਸੀ ਉਹ ਚਲਾਇਆ। ਦਇਆ ਵੀ ਜ਼ਰੂਰੀ ਸੀ, ਧਰਮ ਵੀ ਜ਼ਰੂਰੀ ਸੀ, ਹਿੰਮਤ ਵੀ ਜ਼ਰੂਰੀ ਸੀ, ਮੋਹ ਕੱਟ ਕੇ ਮਾਇਆ ਦਾ ਸ਼ਬਦ ਨਾਲ ਪਿਆਰ ਪਾਉਣਾ ਵੀ ਜ਼ਰੂਰੀ ਸੀ। ਉਸ ਬੇਸ ਤੇ ਉਹਨਾਂ ਨੇ ਇੱਥੋਂ ਪੰਜਾਂ ਨੂੰ ਪ੍ਰਵਾਨਗੀ ਦੇ ਕੇ ਅਦ੍ਰਿਸ਼ਟ ਦਾ ਖੇਲ ਸਮਝਾਇਆ। ਇਸ ਕਰਕੇ ਉਹਨਾਂ ਨੇ ਸਾਨੂੰ ਦੱਸਿਆ ਕਿ ਜਿਸ ਤਰ੍ਹਾਂ ਤੁਸੀਂ ਪਰਮਾਤਮਾ ਨੂੰ ਲੱਭਣ ਚੱਲੇ ਹੋ, ਉਹ ਤੁਹਾਡੇ ਅੰਦਰ ਹੈ। ਜਿੱਥੇ ਉਹਨਾਂ ਨੇ ਗੁਰੂ ਸਾਹਿਬਾਨ ਨੇ ਅੰਦਰ ਦੀ ਸਾਨੂੰ ਗੱਲ ਸਮਝਾਈ, ਉਸ ਅਸਥਾਨ ਦਾ ਨਾਮ, ਜਿਸ ਤਰ੍ਹਾਂ ਇਹ ਗੁਰੂ ਘਰ ਨੇ ਗੁਰੂ ਰਾਮਦਾਸ ਦੇ ਘਰ ਦੇ ਵਿੱਚ ਸਾਡੇ ਸਰੀਰ ਨੂੰ ਹਰਿ ਮੰਦਰ ਵੀ ਕਹਿਤਾ ਹੈ। ਹਰ ਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਹਰ ਮੰਦਰ ਮਹਿ ਹਰ ਵਸੇ, ਸਰਬ ਨਿਰੰਤਰ ਸੋਏ। ਇਸੇ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੱਸਿਆ ਕਿ ਇਹ ਜੋ ਤੁਹਾਡਾ ਸਰੀਰ ਹੈ, ਇਸੇ ਦੇ ਵਿੱਚ ਪਰਮਾਤਮਾ ਵਸਦਾ ਹੈ। ਤੁਸੀਂ ਉਸ ਦੀ ਭਗਤੀ ਕਰੋ, ਉਸ ਦੀ ਪੂਜਾ ਕਰੋ, ਤੇ ਜਿੱਥੇ ਉਹ ਵਸਦਾ ਹੈ ਉੱਥੇ ਤੁਹਾਡੇ ਅੰਦਰ ਕੇਸ ਲੱਗੇ ਹੋਏ ਨੇ। ਉਸ ਨੂੰ ਗੁਰਬਾਣੀ ਵਿੱਚ ਗੜ ਵੀ ਕਿਹਾ ਗਿਆ ਹੈ। ਜਿਸ ਤਰ੍ਹਾਂ ਤੁਸੀਂ ਸ਼ਬਦ ਦੀ ਗੁਰਬਾਣੀ ਵਿੱਚ ਪੜ੍ਹਦੇ ਹੋ ਕਿ ਪਰਮਾਤਮਾ ਦੇ ਬੰਕੇ ਲੋਹਣ ਨੇ, ਪਰਮਾਤਮਾ ਦਾ ਬੜਾ ਸੋਹਣਾ ਮੁਖ ਹੈ, ਪਰਮਾਤਮਾ ਇਸ ਤਰ੍ਹਾਂ ਬੋਲਦਾ ਹੈ, ਤੇਰੀ ਚਾਲ ਸੁਹਾਵੀ ਮਧੁਰਾਲੀ ਬਾਣੀ, ਉਸ ਦੀ ਬਾਣੀ ਬੜੀ ਅੱਛੀ ਹੈ,
ਉਹ ਇਸ ਸਾਡੇ ਸਰਗੁਣ ਸਰੂਪ ਦੀ ਗੱਲ ਕਰਦੇ ਨੇ। ਉਂਝ ਪਰਮਾਤਮਾ ਦੇ ਕੇਸ ਨਹੀਂ ਹਨ। परमात्मा ज्योत स्वरूप है, परमात्मा निराकार स्वरूप है, परमात्मा प्रकाश प्रकाश है। हुण गुरु साहिबान ने दस्सिया कि वो प्रकाश तुहाडे अंदर भी है। जदों तुसीं उस प्रकाश की तुहाडे अंदर की खोज करनी है, उस प्रकाश नूं आत्मा कहा गया है, आत्मराम, ते सारियां विच समाया होया है। उसे नूं महाराज गुरु गोबिंद सिंह जी ने सतपुरख भी कहा है। सतपुरख सब माहे समाना। हुण उस सतपुरख नूं, उस अकाल मूर्त नूं, उस आत्मराम नूं जदों इस शरीर विच आ गया, जिथे वो साडे शरीर विच हाजिर है, उस दा नाम गुरु गोबिंद सिंह जी ने बाहर रख दिता केसगढ़ साहिब। क्योंकि इस शरीर का जो साडा उपरला हिस्सा है, इस तो उपरले पासे केस लगे हुए ने। इत्थे साडे अंदर जोत निरंकार दी हाजिर है। सब शरीरां दे अंदर जो साडे अंदर आत्मा है, जोत है, नाम है, वो इस एरिए दे विच जिथे सानू गुरबाणी विच इशारा किया गया है, वो समझा रहे हैं आपां नूं। राम नाम कोठरी, राम नाम रतन, कोठरी गढ़ मंदिर एक लोकानी। सतगुरु मिले ता खोजिए, मिल जोती जोत समानी। सानू हुण परमात्मा का रस्ता दस रहे हैं। जो आप सबजैक्ट थोड़ा जा विचार विच लै रहे हाँ, वो परमात्मा का स्वरूप ते परमात्मा की साडे अंदर किथे जोत रखी है, उसनूं समझ रहे हाँ कि साडे अंदर ही एक मंदिर बनाया गया, एक गुरुद्वारा बनाया गया, साडे अंदर ही एक निज घर बनाया गया, जिथे वो जोत रख के निरंकार परमात्मा ने इस मन को खेडण भेजा है। उस आधार पर बाहर अस्थान प्रगट होंदे ने। जिस तरह उथे आनंद ही आनंद है, बाहर रख दिता आनंदगढ़, उथे केस में लगे हुए उपरले एरिए दे इसनूं रख दिता गया केसगढ़। इसी तरह इसे के आधार पर गुरु अर्जन देव जी महाराज ने बाहर प्रगट कर दिता हर मंदिर। ते गुरबाणी विच महाराज दसदे ने मंदिर तुहाडे अंदर ही है। ते की महाराज सच्चे पातशाह का वचन तुसीं रोज पढ़दे भी हो। मन चाओ पाया, प्रभ आगम सुनिया, हर मंगल गाओ सखी, ग्रह मंदिर बनिया। अंदर मंदिर है। मन मंदिर तन साजी बानी। मन ही मंदिर है। मन मंदिर तन वेश कलंदर, घट ही तीर्थ नामा। एक शब्द मेरे प्राण बस्त है, बहुड़ जन्म ना आवा। हुण साडी जो समय के मुताबिक विचार बदन करके असीं परमात्मा का स्वरूप भुल गए, परमात्मा के नाम की खोज नूं छड्ड गए। असीं परमात्मा की हौली हौली जो मिलन का रस्ता सी वो भी भुल गए, ते साडा जो ध्यान है वो बाहर आ गया इस माया की घर दे विच, जिथे हुण सानूं दुख अते सुख लगदे। जदों सानूं कोई साडे मन भाउंदा पदार्थ मिल जाता, असीं सुखी हो जाते। जदों साडे अंदर किसी किस्म की कमी सानूं महसूस होंदी, असीं दुखां विच चले जाते। असीं परमात्मा नूं भी फिर सिमरन नूं भी जां नाम नूं भी दुख सुख नाल जोड़ लिया कि जे नाम जपांगे तो दुख दूर हो जाएंगे, सुख मिलणगे। नाम जपांगे तो दात जिहड़ी है दातां मिलणियां शुरू हो जाणगियां। असीं नाम नूं परमात्मा वास्ते नहीं जपिया कि नाम जपण दे नाल असीं अमर पदवी प्राप्त करिए, नाम जपण दे नाल परमात्मा दे नाल मिलाप करिए, गुरबाणी नूं पढ़ के विचार के खोज करिए। साडा ध्यान उल्ट गया, असीं पदार्थ नूं अगे लै आंदा। जिवें जिवें पदार्थ साडे नाल मोह पैदा हुंदा गया, दात प्यारी विसरिया दा तारा, असीं उस अवस्था विच चल पे कि दातां सानूं अच्छियां लगदियां, पर दाता सी जिहड़ा दात देण वाला, उस दे बारे असीं कदी विचारिया ही नहीं, ते ना ही उसनूं कदी खोजण की कोशिश की कि जिसनूं विछड़े होया
ਸਾਨੂੰ ਚਾਰ ਯੁੱਗ ਹੋ ਗਏ, ਉਹ ਕਿਹੋ ਜਿਹਾ ਹੈ ਜਿਸ ਤੋਂ ਬਿਨਾਂ ਅਸੀਂ ਇੱਕ ਪਲ ਵੀ ਜਿੰਦਾ ਨਹੀਂ ਰਹਿ ਸਕਦੇ? ਉਹ ਕਿੱਥੇ ਹੈ? ਸੁਣਿਆ ਹੈ ਹੱਥਾਂ ਪੈਰਾਂ ਤੋਂ ਵੀ ਨੇੜੇ ਹੈ, ਸੁਣਿਆ ਹੈ ਅੰਦਰ ਵੀ ਬਿਨ ਬੋਲਿਆ ਜਾਣਦਾ ਹੈ। ਇਹ ਆਪਾਂ ਸੁਣਿਆ ਹੈ, ਗੁਰਬਾਣੀ ਵੀ ਇਸ ਗੱਲ ਦੀ ਮੋਹਰ ਲਾ ਗਈ ਹੈ। ਘਟ ਘਟ ਦੇ ਵਿੱਚ ਬੋਲ ਰਿਹਾ ਹੈ, ਸੁਣ ਰਿਹਾ ਹੈ, ਦੇਖ ਰਿਹਾ ਹੈ, ਪਰ ਸਾਡੇ ਅੰਦਰ ਉਹ ਤੜਫ, ਉਹ ਗਿਆਨ, ਉਹ ਸੋਝੀ ਕਿਉਂ ਨਹੀਂ ਪੈਦਾ ਹੁੰਦੀ ਕਿ ਅਸੀਂ ਉਸ ਨੂੰ ਮਿਲੀਏ, ਅਸੀਂ ਉਸ ਨੂੰ ਦੇਖੀਏ, ਖੋਜ ਕਰੀਏ। ਖੋਜੀ ਬਣੀਏ, ਅਸੀਂ ਖੋਜੀ ਹੋ ਕੇ ਨਹੀਂ ਚੱਲੇ। ਖੋਜ ਕੀਤੀ ਪਰ ਪਦਾਰਥਾਂ ਦੀ ਕੀਤੀ, ਮਾਇਆ ਦੀ ਖੋਜ ਕਰਦੇ ਰਹੇ। ਮਾਇਆ ਮਨੋਂ ਨਾ ਵਿਸਰੇ, ਮੰਗੇ ਦਾ ਮਨ ਸੋ ਪ੍ਰਭ ਚੇਤਨਾ ਆਵੇ, ਨਾਨਕ ਨੇ ਕਿਹਾ। ਮਾਇਆ ਵਾਸਤੇ ਤਾਂ ਸਾਰਾ ਕੁਝ ਕੀਤਾ ਜਾਂਦਾ, ਨਾਮ ਦੀ ਪ੍ਰਾਪਤੀ ਵਾਸਤੇ, ਪਰਮਾਤਮਾ ਦੀ ਪ੍ਰਾਪਤੀ ਵਾਸਤੇ ਨਾ ਅਸੀਂ ਕੋਈ ਬਹੁਤਾ ਹਮਲਾ ਮਾਰਿਆ, ਤੇ ਜੇ ਕੋਈ ਸਾਨੂੰ ਵਿਚਾਰ ਕਰਕੇ ਦੱਸਦਾ ਅਸੀਂ ਬਹੁਤਾ ਧਿਆਨ ਨਹੀਂ ਦਿੱਤਾ, ਜਿਸ ਕਰਕੇ ਸਾਡੇ ਜੋ ਮਨਾਂ ਦੀ ਹਾਲਤ ਹੈ ਉਹ ਹੌਲੀ ਹੌਲੀ ਕਮਜ਼ੋਰ ਹੋ ਜਾਂਦੀ ਹੈ। ਸਾਡੇ ਅੰਦਰ ਇਹ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਵੱਧਦੇ ਜਾਂਦੇ ਨੇ। ਅਸੀਂ ਵਿਚਾਰਾਂ ਦੇ ਵਿੱਚ ਦੁਖੀ ਰਹਿਣਾ ਸ਼ੁਰੂ ਹੋ ਜਾਂਦੇ ਹਾਂ। ਸਾਡੇ ਪਰਿਵਾਰਾਂ ਵਿੱਚ ਕਲੇਸ਼, ਸਾਡੇ ਮਨ ਵਿੱਚ ਕਲੇਸ਼, ਸਾਡੇ ਸਮਾਜ ਵਿੱਚ ਵਿਚਾਰਾਂ ਦਾ ਟਕਰਾਅ, ਇਹ ਹਾਲਤ ਤੁਸੀਂ ਕਲਯੁਗ ਵਿੱਚ ਦੇਖ ਰਹੇ ਹੋ। ਤੇ ਸਾਰੇ ਹੀ ਦੁਖੀ ਨੇ, ਜਿਸ ਨੂੰ ਵੀ ਤੁਸੀਂ ਪੁੱਛੋਗੇ ਸਾਰੇ ਪਰੇਸ਼ਾਨ। ਨਾਨਕ ਦੁਖੀਆ ਸਭ ਸੰਸਾਰ, ਜਿਸ ਮਨ ਨੂੰ ਵੀ ਛੇੜ ਕੇ ਦੇਖੋਗੇ ਸਾਰੇ ਦੁਖੀ ਨੇ। ਦੁੱਖ ਦਾ ਕਾਰਨ ਵੱਖਰਾ ਹੈ, ਕੋਈ ਕਿਸੇ ਗੱਲ ਤੋਂ ਦੁਖੀ, ਕੋਈ ਕਿਸੇ ਤੋਂ ਦੁਖੀ, ਪਰ ਨਾ ਭੇਦ ਹੋਣ ਕਰਕੇ ਅਸੀਂ ਉਸ ਘਰ ਵਿੱਚ ਨਾ ਪ੍ਰਵੇਸ਼ ਹੋਏ ਜਿੱਥੋਂ ਸਾਨੂੰ ਸੁਖ ਪ੍ਰਾਪਤ ਹੋਣਾ ਸੀ। ਸੋ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਜੋ ਹੁਣ ਮਹਾਰਾਜ ਦਾ ਤੁਸੀਂ ਮਨਾ ਕੇ ਹਟੇ ਹੋ, ਗੁਰਤਾ ਗੱਦੀ ਦਿਵਸ ਵੀ ਇਸੇ ਕਰਕੇ ਪ੍ਰਗਟ ਕੀਤੀ ਸੀ ਕਿ ਜਿੰਨੇ ਵੀ ਮਨ ਸਜਾਮੇ ਵਿੱਚ ਜੀਵ ਆਉਣ ਉਹ ਪਰਮਾਤਮਾ ਦਾ ਭੇਤ ਲੈ ਲੈਣ। ਖੋਜਿਆ ਖਜਾਇਆ ਲੱਭਿਆ ਹੋਇਆ ਰਸਤਾ, ਇਹ ਸਾਨੂੰ ਖੋਜ ਕਰਨੀ ਨਾ ਪਏ। ਥੋੜਾ ਜਿਹਾ ਗੁਰਬਾਣੀ ਨੂੰ ਪੜ੍ਹਨਗੇ, ਵਿਚਾਰਨਗੇ ਤੇ ਪਰਮਾਤਮਾ ਦੇ ਸਰੂਪ ਨਾਲ ਜੁੜ ਜਾਣਗੇ, ਭਰਮਾਂ ਤੋਂ ਬਚ ਜਾਣਗੇ। ਹੁਣ ਇਸ ਕਰਕੇ ਅਸੀਂ ਭਰਮ ਦੇ ਵਿੱਚ ਇੰਨੇ ਜ਼ਿਆਦਾ ਚਲੇ ਗਏ, ਪਰਮਾਤਮਾ ਦੇ ਨਾਮ ਨੂੰ ਛੱਡ ਕੇ ਕੋਈ ਕਿਸੇ ਚੀਜ਼ ਨੂੰ ਮੰਨਣ ਲੱਗਾ, ਕੋਈ ਕਿਸੇ ਨੂੰ ਮੰਨਣ ਲੱਗਾ। ਜਿੱਥੋਂ ਵੀ ਸਾਨੂੰ ਥੋੜਾ ਜਿਹਾ ਕੋਈ ਲਾਲਚ ਮਿਲਦਾ, ਸੁੱਖ ਮਿਲਦਾ, ਅਸੀਂ ਉਸੇ ਵਕਤ ਤੁਰ ਪੈਂਦੇ, ਗੁਰਬਾਣੀ ਨੂੰ ਨਹੀਂ ਵਿਚਾਰਿਆ। ਨਾ ਵਿਚਾਰਨ ਕਰਕੇ ਪਰਮਾਤਮਾ ਦਾ ਭੇਤ ਨਹੀਂ ਆਇਆ। ਸੋ ਇਸ ਕਰਕੇ ਸਾਰਿਆਂ ਨੇ ਆਪਾਂ ਦੀ ਜੋ ਮੁੱਢਲੀ ਖੋਜ ਹੈ, ਕਿਉਂਕਿ ਇੱਕ ਦਿਨ ਹੀ ਆਪਾਂ ਬੱਚੇ ਹਾਂ, ਅਵਲ ਅੱਲਾਹ ਨੂਰ ਪਾਇਆ, ਕੁਦਰਤ ਕੇ ਸਭ ਬੰਦੇ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਬੰਦੇ। ਉਸ ਇੱਕ ਦੀ ਖੋਜ, ਇੱਕ ਦੀ ਪਛਾਣ ਸਾਨੂੰ ਸਾਰਿਆਂ ਨੂੰ ਹੋਣੀ ਚਾਹੀਦੀ ਹੈ, ਜਿਸ ਨੂੰ ਅਸੀਂ ਵਾਹਿਗੁਰੂ ਕਹਿੰਦੇ ਹਾਂ। ਕੋਈ ਰਾਮ ਕਹਿੰਦਾ ਹੈ, ਕੋਈ ਉਸਨੂੰ ਅੱਲਾਹ ਕਹਿੰਦਾ ਹੈ, ਕੋਈ ਗੌਡ ਕਹਿ ਰਿਹਾ ਹੈ। ਪ੍ਰਭ ਸਾਹਿਬ ਦੀ ਗੱਲ ਕਰਦੇ ਸਾਰੇ ਹੀ ਨੇ, ਪਰ ਉਸਨੂੰ ਦੇਖਿਆ ਨਹੀਂ ਹੈ। ਜਦੋਂ ਵੀ ਦੇਖਣ ਦੀ ਗੱਲ ਕਰਦੇ ਨੇ ਉੱਥੇ ਚੁੱਪ ਕਰ ਜਾਂਦੇ ਨੇ। ਦੇਖਿਆ ਕਿਸਨੇ ਹੈ? ਮਹਾਰਾਜ ਆਪਾਂ ਦੱਸਦੇ ਨੇ, ਰਾਮ ਰਾਮ ਕਰਤਾ ਸਭ ਜਗ ਫਿਰੇ, ਰਾਮ ਨਾ ਪਾਇਆ ਜਾਏ। ਉਹ ਤਾਂ ਮਿਲੇ ਹੀ ਹੈ। ਉਸ ਨੂੰ ਮਿਲੋ ਜਿਸਨੇ ਉਸਨੂੰ ਦੇਖਿਆ ਹੈ, ਜਿਹੜਾ ਉਸ ਦੇ ਘਰ ਜਾਂਦਾ ਹੈ, ਉਸ ਦੇ ਨਾਲ ਸੰਗ ਕਰੋ। ਉਸ ਦਾ ਸੰਗ ਕਰੋਗੇ, ਪਰਮਾਤਮਾ ਦਾ ਭੇਤ ਆਏਗਾ। ਸੰਤ ਸੰਗ ਅੰਤਰ ਪ੍ਰਭ ਡੀਠਾ, ਨਾਮ ਪ੍ਰਭੂ ਕਾ ਲਾਗਾ ਮੀਠਾ। ਅਸੀਂ ਹੁਣ ਗੁਰਬਾਣੀ ਨੂੰ ਨਾ ਜਦੋਂ ਵਿਚਾਰਿਆ ਤਾਂ ਸਾਨੂੰ ਭਰਮਾਂ ਵਿੱਚ ਪਾਉਣ ਵਾਲੇ ਵੀ ਉਹਨਾਂ ਨੇ ਸਾਨੂੰ ਪਰਮਾਤਮਾ ਤੋਂ ਦੂਰ ਕਰ ਦਿੱਤਾ। ਪਰਮਾਤਮਾ ਦੀ ਅਸੀਂ ਸ਼ਰਨ ਵਿੱਚ ਨਹੀਂ ਗਏ। ਤੇ ਜਦੋਂ ਅਸੀਂ ਗੁਰੂ ਦੀ ਸ਼ਰਨ ਵਿੱਚ ਹੁਣ ਆਏ ਹਾਂ, ਗੁਰਬਾਣੀ ਦੀ ਸ਼ਰਨ ਵਿੱਚ ਆਏ ਹਾਂ, ਇਹਨਾਂ ਤੋਂ ਆਪਾਂ ਪੁੱਛ ਲੈ